बहुत ही प्यारे बच्चों, ਅੱਜ ਤੋਂ ਆਪਾਂ ਵਾਰਤਕ ਰਚਨਾ ਪੜ੍ਹਨੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਆਪਣੀ ਪਹਿਲੀ ਵਾਰਤਕ ਰਚਨਾ ਹੈ ਰਬਾਬ ਮੁਕਾਉਣ ਦਾ ਬਿਰਤਾਂਤ, ਜੋ ਕਿ ਗਿਆਨੀ ਦਿੱਤ ਸਿੰਘ ਜੀ ਦੁਆਰਾ ਲਿਖੀ ਗਈ ਹੈ। ਜਦ ਗੁਰੂ ਜੀ ਇਸੇ ਪ੍ਰਕਾਰ ਜੰਗਲ ਵਿੱਚ ਬੈਠੇ ਕਰਤਾਰ ਦੇ ਗੁਣ ਗਾਉਣ ਲੱਗੇ, ਤਦ ਬਹੁਤ ਲੋਕ ਜੋ ਹਿੰਦੂ ਅਤੇ ਮੁਸਲਮਾਨ ਸੀ ਸੋ ਗੁਰੂ ਨੂੰ ਕੁਰਾਈਆ ਸੱਦਣ ਲੱਗੇ ਔਰ ਆਖਣ ਕਿ ਯਾਰ ਇਹ ਜਾਤ ਦਾ ਵੇਦੀ ਖੱਤਰੀ ਸੀ ਔਰ ਭਲਿਆਂ ਦਾ ਪੁੱਤ ਪੋਤਾ ਸੀ, ਸੋ ਹੁਣ ਕੁਝ ਇਸ ਦੀ ਅਜਿਹੀ ਬੁੱਧੀ ਫਿਰ ਗਈ ਹੈ ਜੋ ਕਿਸੇ ਦਾ ਵੀ ਨਹੀਂ ਸੁਣਦਾ। ਹਿੰਦੂ ਅਤੇ ਮੁਸਲਮਾਨਾਂ ਨਾਲੋਂ ਵੱਖਰੀ ਹੀ ਚਾਲ ਹੈ ਔਰ ਇੱਕ ਡੂਮ ਜੋ ਘਰ ਦਾ ਮਿਰਾਸੀ ਸੀ ਸੋ ਸਾਥੀ ਬਣਾ ਲਿੱਤਾ ਹੈ, ਖਾਣਾ ਪਹਿਰਨਾ ਭੁਲਾ ਦਿੱਤਾ ਹੈ। ਇਸੇ ਤਰ੍ਹਾਂ ਦੀ ਚਰਚਾ ਘਰ ਘਰ ਵਿੱਚ ਹੋਣ ਲੱਗੀ। ਉੱਧਰ ਤਾਂ ਲੋਕ ਇਸ ਤਰ੍ਹਾਂ ਆਖਦੇ ਸੇ ਅਤੇ ਇੱਧਰ ਗੁਰੂ ਜੀ ਕਰਤਾਰ ਦੇ ਰੰਗ ਵਿੱਚ ਰੱਤੇ ਹੋਏ ਮਰਦਾਨੇ ਨਾਲ ਨਿਤ ਨਵੇਂ ਥੋਂ ਨਵਾਂ ਸ਼ਬਦ ਅਕਾਲ ਪੁਰਖ ਦੀ ਪ੍ਰਾਰਥਨਾ ਦਾ ਗਾਉਂਦੇ ਸਨ ਔਰ ਸਦਾ ਉਸ ਦੀ ਮਸਤੀ ਵਿੱਚ ਮਗਨ ਰਹਿੰਦੇ ਸਨ। ਇੱਕ ਰੋਜ਼ ਆਖਣ ਲੱਗੇ ਕਿ ਮਰਦਾਨਿਆਂ ਕੁਝ ਸਾਜ਼ ਬਜਾਓ ਜੋ ਦਿਲ ਨੂੰ ਭਾਵੇ। ਤਦ ਮਰਦਾਨੇ ਨੇ ਆਖਿਆ ਕਿ ਜੇ ਆਪ ਦਾ ਕਿਹੜਾ ਸਾਜ਼ ਸੁਣਨ ਨੂੰ ਚਿੱਤ ਚਾਹੁੰਦਾ ਹੈ ਜਾਂ ਸੁਣ ਲਈ ਚਿੱਤ ਚਾਹੁੰਦਾ ਹੈ। ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ ਰਬਾਬ ਤੇ ਵੱਧ ਕੇ ਹੋਰ ਕਿਹੜਾ ਸਾਜ਼ ਹੋ ਜੋ ਅੱਛਾ ਆਖੀਏ ਸੋ ਵਜਾਓ। ਜਿਸ ਨੂੰ ਸੁਣ ਕੇ ਮਰਦਾਨੇ ਕਿਹਾ ਜੀ ਮੇਰੇ ਪਾਸ ਤਾਂ ਨਹੀਂ। ਜੋ ਬਜਵਾ ਜਿਸ ਨੂੰ ਸੁਣ ਕੇ ਬੋਲੇ ਕਿ ਭਾਈ ਨਗਰ ਵਿੱਚ ਜਾ ਕੇ ਕਿਸੇ ਕੋਲੋਂ ਮੰਗ ਲਿਆਓ, ਜੇ ਕੋਈ ਮੰਗਿਆ ਨਾ ਦੇਵੇ ਤਾਂ ਮੁੱਲ ਲੈ ਆਵੀਂ। ਫਿਰ ਮਰਦਾਨੇ ਕਿਹਾ ਕਿ ਜੀ ਮੇਰੇ ਪਾਸ ਤਾਂ ਧੇਲਾ ਵੀ ਨਹੀਂ ਹੈ, ਮੁੱਲ ਕਿੱਥੋਂ ਖਰਚ ਕਰਾਂ। ਇਸ ਪਰ ਗੁਰੂ ਜੀ ਬੋਲੇ, ਮਰਦਾਨਿਆਂ ਕਰਤਾਰ ਦਾ ਦਿੱਤਾ ਹੋਇਆ ਸਭੋ ਕੁਛ ਹੈ, ਐਡਾ ਉਦਾਸ ਨਾ ਹੋ। ਜਾ ਘਰ ਜਾ ਕੇ ਬੀਬੀ ਤੇ ਜਿਤਨੇ ਪਈਏ ਚਾਹੇ ਲੈ ਲੈ ਔਰ ਕੋਈ ਚੰਗਾ ਜਿਹਾ ਰਬਾਬ ਲੈ ਆਓ। ਇਹ ਸੁਣ ਕੇ ਮਰਦਾਨਾ ਬੀਬੀ ਪਾਸ ਆਇਆ ਔਰ ਰਬਾਬ ਲਈ ਕੁਝ ਪਏ ਮੰਗੇ। ਇਸ ਪਰ ਅੱਗੋਂ ਬੀਬੀ ਜੀ ਨੇ ਆਖਿਆ ਕਿ ਮਰਦਾਨਿਆਂ ਤੂੰ ਜਾ ਕੇ ਪਹਿਲਾਂ ਰਬਾਬ ਦੇ ਖਾਓ ਔਰ ਮੁੱਲ ਕਰਾ ਕੇ ਮੇਰੇ ਪਾਸ ਆਈ, ਜਿਤਨੇ ਰੁਪਏ ਨੂੰ ਚੁੱਕੇ ਮੈਥੋਂ ਲੈ ਜਾਈਂ। ਮਰਦਾਨਾ ਲੱਗਾ ਨਗਰ ਦੀ ਗਲੀ ਕੁੱਚੇ ਫਿਰਨ, ਜਿੱਧਰ ਜਾਵੇ ਉਧਰੋਂ ਲੋਕ ਠੱਠਾ ਮਖੌਲ ਕਰਨ ਔਰ ਆਖਣ ਕਿ ਕੁਰਾਈਏ ਦਾ ਡੂਮ ਆਇਆ ਹੈ। ਨਾਲ ਕਈ ਬੁਰਾ ਭਲਾ ਬੋਲਣ ਤੇ ਕੋਈ ਮਿੱਟੀ ਚੁੱਕ ਕੇ ਉੱਤੇ ਸੁੱਟਣ। ਜੋ ਜਿਸ ਦੇ ਮਨ ਵਿੱਚ ਆਵੇ ਸੋ ਕਰੇ। ਇਸ ਤੇ ਮਰਦਾਨਾ ਤੰਗ ਆਈ ਗਿਆ ਔਰ ਆਖੇ ਕਿ ਇਹ ਤਾਂ ਅੱਛੀ ਹੋਣ ਲੱਗੀ ਹੈ। ਜੇ ਕੋਈ ਖੜਾ ਹੋਣ ਵੀ ਨਹੀਂ ਦਿੰਦਾ। ਬਹੁਤ ਤੰਗ ਹੋ ਕੇ ਪਿੱਛਾ ਮੁੜ ਆਇਆ ਔਰ ਮੂੰਹ ਬੁਰਾ ਜਿਹਾ ਕਰਕੇ ਆਣ ਬੈਠਾ। ਜਿਸ ਦੇ ਉਦਾਸ ਜਿਹੇ ਚਿਹਰੇ ਨੂੰ ਦੇਖ ਕੇ ਗੁਰੂ ਜੀ ਨੇ ਆਖਿਆ, ਮਰਦਾਨਿਆਂ ਖਾਲੀ ਕਿਉਂ ਮੁੜਿਓ? ਤੈਨੂੰ ਤਾਂ ਰਬਾਬ ਲੈਣ ਲਈ ਭੇਜਿਆ ਸੀ, ਸੋ ਦੱਸ ਸੁੱਖ ਹੈ? ਇਸ ਬਾਤ ਨੂੰ ਸੁਣ ਕੇ ਮਰਦਾਨਾ ਆਖਣ ਲੱਗਾ ਕਿ ਜੇ ਸੁੱਖ ਕਾਦੀ ਹੈ, ਤੇਰੇ ਸੰਗ ਮੈਨੂੰ ਅੱਛਾ ਫਲ ਮਿਲਿਆ ਹੈ। ਜੋ ਜਿੱਧਰ ਜਾਂਦਾ ਹਾਂ ਉੱਧਰ ਲੋਕ ਅੱਗੋਂ 100 ਸੁਣਾਉਂਦੇ ਹਨ ਔਰ ਤੈਨੂੰ ਕੁਰਾਇਆ ਆਖਦੇ ਹਨ ਔਰ ਮੈਨੂੰ ਦੇਖਦੇ ਹਨ ਕਿ ਕੁਰਾਈਏ ਦਾ ਡੂਮ ਹੈ। ਸੋ ਮੈਂ ਤਾਂ ਰਬਾਬ ਦੀ ਜਗ੍ਹਾ ਖਰਾਬ ਹੋ ਕੇ ਆਈ ਗਿਆ ਹਾਂ ਔਰ ਤੇਰੇ ਪਿੱਛੇ ਮੇਰੀ ਵੀ ਇਹ ਗਤ ਹੋ ਰਹੀ ਹੈ। ਇਹ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ ਕੁਝ ਡਰ ਨਾ ਕਰ। ਇਹ ਲੋਕ ਐਵੇਂ ਝੱਕ ਮਾਰਦੇ ਹਨ, ਸੋ ਤੂੰ ਸੰਸਾਰ ਦਾ ਨਾ ਬਣ। ਤੈਨੂੰ ਮੈਂ ਕਰਤਾਰ ਦਾ ਬਣਾਇਆ ਹੈ। ਸੰਸਾਰ ਦਾ ਕੰਮ ਝੱਕ ਮਾਰਨ ਦਾ ਹੈ, ਪਰੰਤੂ ਪਰਮੇਸ਼ਰ ਦੇ ਪਿਆਰਿਆਂ ਦਾ ਇਸ ਤੇ ਕੁਝ ਵੀ ਨਹੀਂ ਵਿਗੜਦਾ। ਕੁੱਤੇ ਵਾਂਗਰ ਭੌਂਕ ਕੇ ਆਪੇ ਹੀ ਚੁੱਪ ਕਰ ਜਾਏਗਾ। ਇਹ ਸੁਣ ਕੇ ਮਰਦਾਨੇ ਆਖਿਆ ਕਿ ਜੇ ਤੇਰੀਆਂ ਤੂੰ ਹੀ ਜਾਣੇ, ਮੈਨੂੰ ਇਹ ਗੱਲ ਦੀ ਕਿਆ ਸਾਰ ਹੈ ਜੋ ਤੂੰ ਪਿਆ ਆਖਦਾ ਏ। ਇਸੇ ਤਰ੍ਹਾਂ ਕਰਦਿਆਂ ਜਦ ਕੁਝ ਦਿਨ ਬੀਤੇ ਤਾਂ ਮਰਦਾਨੇ ਨੂੰ ਆਖਿਆ ਕਿ ਮਰਦਾਨਿਆਂ ਇੱਥੋਂ ਦੇ ਲੋਕ ਤਾਂ ਤੈਨੂੰ ਰਬਾਬ ਨਹੀਂ ਦਿੰਦੇ। ਸੋ ਸਤਲੁਜ ਅਤੇ ਬਿਆਸ ਦੇ ਵਿਚਕਾਰ ਜੱਟਾਂ ਦਾ ਪਿੰਡ ਹੈ,
ਉੱਥੇ ਇੱਕ ਫਰਹਿੰਦੇ ਨਾਮੀ ਰਬਾਬੀ ਰਹਿੰਦਾ ਹੈ। ਸੋ ਤੂੰ ਜਾ ਕੇ ਉਸ ਤੋਂ ਰਬਾਬ ਮੰਗੀ, ਉਹ ਤੈਨੂੰ ਦੇ ਦੇਵੇਗਾ। ਅਰ ਘਰੋਂ ਜਾ ਕੇ ਬੀਬੀ ਨਾਨਕੀ ਤੇ 7 ਰੁਪਏ ਲੈ ਜਾਈਂ, ਜੋ ਉਸਨੂੰ ਰਬਾਬ ਦਾ ਮੁੱਲ ਦੇ ਦੇਵੀਂ। ਇਸ ਗੱਲ ਨੂੰ ਮੰਨ ਕੇ ਮਰਦਾਨਾ ਬੀਬੀ ਪਾਸ ਗਿਆ ਅਰ 7 ਰੁਪਏ ਮੰਗੇ। ਉਸਨੇ ਆਖਿਆ ਕਿ ਭਾਈ ਮਰਦਾਨਾ, ਜਿਤਨੇ ਲੋੜੀਂਦੇ ਹਨ ਉਤਨੇ ਲੈ ਜਾ। ਪਰ ਮਰਦਾਨੇ ਗੁਰੂ ਜੀ ਦੀ ਆਗਿਆ ਅਨੁਸਾਰ ਸੱਤੇ ਲੈ ਕੇ ਆਪਣਾ ਰਾਸਤਾ ਲਿੱਤਾ। ਜਾਂਦਾ ਜਾਂਦਾ ਉਸ ਨਗਰ ਪਹੁੰਚਾ ਅਤੇ ਉਸ ਦਾ ਪਤਾ ਪੁੱਛਣ ਲੱਗਾ, ਤਦ ਕੋਈ ਠੀਕ ਨਾ ਦੱਸੇ। 2 ਦਿਨ ਉੱਥੇ ਖੁਆਰ ਹੋ ਕੇ ਜਦ ਤੀਜੇ ਦਿਨ ਪਿਛਾਂਹ ਮੁੜਨ ਲੱਗਾ ਤਾਂ ਅੱਗੋਂ ਕਿਆ ਦੇਖਦਾ ਹੈ, ਜੋ ਕੱਛ ਵਿੱਚ ਰਬਾਬ ਲਿੱਤਾ ਹੋਇਆ ਇੱਕ ਆਦਮੀ ਅੱਗੋਂ ਆਉਂਦਾ ਹੈ। ਉਸਨੇ ਆ ਕੇ ਮਰਦਾਨੇ ਨੂੰ ਪੁੱਛਿਆ, ਭਾਈ ਤੂੰ ਕਿੱਧਰੋਂ ਆਇਆ ਹੈ ਅਰ ਕਿਸ ਨੂੰ ਪੁੱਛਦਾ ਹੈ? ਇਸ ਗੱਲ ਨੂੰ ਸੁਣ ਕੇ ਮਰਦਾਨੇ ਨੇ ਆਪਣਾ ਅਗਲਾ ਪਿਛਲਾ ਸਾਰਾ ਹਾਲ ਸੁਣਾਇਆ ਕਿ ਮੈਂ ਰਾਏ ਭੋਈ ਦੀ ਤਲਵੰਡੀ ਤੇ ਰਹਿਣੇ ਵਾਲਾ ਹਾਂ ਅਰ ਮੇਰਾ ਨਾਂ ਮਰਦਾਨਾ ਹੈ। ਜਾਤ ਦਾ ਮਿਰਾਸੀ ਹਾਂ, ਪਰੰਤੂ ਅੱਜ ਕੱਲ੍ਹ ਮੈਂ ਨਾਨਕ ਪਾਸ ਰਹਿੰਦਾ ਹਾਂ, ਜੋ ਕੋਈ ਬੇਦੀ ਖੱਤਰੀ ਸੀ, ਪਰ ਹੁਣ ਸਾਦਾ ਵਾਲੀ ਬਿਰਤੀ ਹੋ ਗਈ ਹੈ। ਉਸ ਨੂੰ ਪਰਮੇਸ਼ਵਰ ਪਾਸੇ ਦੀ ਲਿਵ ਲੱਗੀ ਰਹਿੰਦੀ ਹੈ ਅਰ ਆਪਣੇ ਮੁਖੋਂ ਅਗੰਮ ਦੀ ਬਾਣੀ ਉਚਾਰਦਾ ਹੈ, ਜਿਸ ਨੂੰ ਉਹ ਆਪਣੇ ਮੁਖੋਂ ਮੈਨੂੰ ਸੁਣਾਉਂਦਾ ਹੈ। ਇਸ ਵਾਸਤੇ ਉਸਨੇ ਤੇਰੇ ਪਾਸ ਰਬਾਬ ਲਈ ਭੇਜਿਆ ਹੈ। ਇਸ ਬਾਤ ਨੂੰ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਦੇ ਹੱਥ ਫੜਾਇਆ ਕਿ ਚੱਲ ਪਈ ਮਰਦਾਨਿਆ, ਅਸੀਂ ਵੀ ਉਸ ਪੁੱਜੇ ਹੋਏ ਪੁਰਖ ਦੇ ਦਰਸ਼ਨ ਕਰ ਆਈਏ। ਇਹ ਸੁਣ ਕੇ ਮਰਦਾਨੇ ਕਿਹਾ, ਜੀ ਇਹ ਤੁਹਾਡੀ ਇੱਛਾ ਹੈ, ਪਰ ਇਹ 7 ਰੁਪਏ ਜੋ ਇਸ ਰਬਾਬ ਦਾ ਮੁੱਲ ਹੈ ਲੈ ਲਵੋ। ਇਸ ਗੱਲ ਨੂੰ ਸੁਣਦਿਆਂ ਫਰਹਿੰਦੇ ਨੇ ਕਿਹਾ ਕਿ ਭਾਈ ਮਰਦਾਨਾ, ਇਸ ਰਬਾਬ ਦਾ ਮੁੱਲ ਤਾਂ ਕੋਈ ਨਹੀਂ ਹੈ, ਕਿਉਂਕਿ ਇਸ ਦਾ ਵੀ ਉਸੀ ਦੇ ਨਾਲ ਹੀ ਕੋਈ ਕੁਝ ਪੁਰਾਣਾ ਸੰਬੰਧ ਹੈ, ਜਿਸ ਤੇ ਇਹ ਉਸਨੇ ਯਾਦ ਕੀਤਾ ਹੈ। ਇਤਨੀ ਸੁਣ ਕੇ ਮਰਦਾਨਾ ਚੁੱਪ ਰਿਹਾ ਅਰ ਦੋਨੋਂ ਚੱਲ ਪਏ। ਜਦ ਤੀਜੇ ਦਿਨ ਗੁਰੂ ਪਾਸ ਪੁੱਜੇ ਅਤੇ ਪੈਰਾਂ ਤੇ ਮੱਥਾ ਟੇਕ ਕੇ ਬੈਠ ਗਏ, ਗੁਰੂ ਜੀ ਨੇ ਮਰਦਾਨੇ ਅਤੇ ਫਰਹਿੰਦੇ ਦੀ ਸੁੱਖ ਸਾਂਦ ਪੁੱਛੀ ਅਤੇ ਆਪਸ ਵਿੱਚ ਕਰਤਾਰ ਪਾਸੇ ਦੀਆਂ ਬਾਤਾਂ ਕੀਤੀਆਂ। ਸੁਣ ਕੇ ਫਰਹਿੰਦਾ ਚਰਨਾਂ ਤੇ ਡਿੱਗਾ ਅਰ ਆਖਣ ਲੱਗਾ ਕਿ ਜਿਹਾ ਤੂੰ ਸੁਣੀਂਦਾ ਸੀ, ਉਹ ਜਿਹਾ ਅੱਖੀਂ ਡਿੱਠਾ ਹੈ। ਕੁਝ ਦਿਨ ਗਏ, ਪਿੱਛੋਂ ਫਰਹਿੰਦਾ ਆਪਣੇ ਵਤਨ ਨੂੰ ਮੁੜ ਗਿਆ। ਮਗਰੋਂ ਮਰਦਾਨਾ ਲੱਗਾ ਰਬਾਬ ਨੂੰ ਸੁਰ ਕਰਨ, ਪਰੰਤੂ ਉਹ ਜਿਉਂ-ਜਿਉਂ ਸੁਰ ਕਰੇ ਤਿਉਂ-ਤਿਉਂ ਰਬਾਬ ਬੇਸੁਰਾ ਹੁੰਦਾ ਜਾਏ। ਜਿਸ ਪਰ ਗੁਰੂ ਜੀ ਨੇ ਆਖਿਆ, ਮਰਦਾਨਿਆਂ, ਨਵਾਂ ਰਬਾਬ ਵਜਾਓ ਅਰ ਕਰਤਾਰ ਦੇ ਗੁਣ ਗਾਓ। ਇਸ ਨੂੰ ਸੁਣ ਕੇ ਆਖਣ ਲੱਗਾ ਕਿ ਜੇ ਮੈਂ ਇਸ ਨੂੰ ਠੀਕ ਕਰ ਲੇਵਾਂ, ਜੋ ਠਾਠ ਚੰਗਾ ਬਣ ਜਾਏ। ਜਿਸ ਪਰ ਗੁਰੂ ਜੀ ਨੇ ਕਿਹਾ ਕਿ ਭੋਲਿਆ, ਤੇਰਾ ਕੰਮ ਠਾਠ ਕਰਨ ਦਾ ਨਹੀਂ ਹੈ, ਤੇਰਾ ਤਾਂ ਵਜਾਉਣ ਦਾ ਕੰਮ ਹੈ, ਸੋ ਤੂੰ ਵਜਾਓ। ਠਾਠ ਕਰਤਾਰ ਕਰਨੇ ਵਾਲਾ ਹੈ, ਸੋ ਆਪ ਹੀ ਕਰੇਗਾ। ਇਸ ਬਾਤ ਨੂੰ ਸੁਣ ਕੇ ਮਰਦਾਨਾ ਵਜਾਉਣ ਲੱਗਾ, ਪਰ ਰਬਾਬ ਦਾ ਅਜਿਹਾ ਠਾਠ ਬੰਨਿਆ ਜੋ ਉਸਦੀ ਮਦਰ ਧੁਨ ਨੂੰ ਸੁਣ ਕੇ ਜੰਗਲ ਦੇ ਮ੍ਰਿਗ ਵੀ ਮਸਤ ਹੋ ਗਏ। ਅਰ ਗੁਰੂ ਜੀ ਨੂੰ ਜੋ ਬਾਣੀ ਆਈ, ਸੋਈ ਮਰਦਾਨੇ ਨੇ ਉਸ ਵਿੱਚ ਸੁੰਦਰ ਸੁਰ ਨਾਲ ਗਾਈ। ਬਹੁਤ ਸੁੰਦਰ ਬੱਚੋ, ਅਦਭੁਤ ਰਚਨਾ ਹੈ ਰਬਾਬ ਮਗਾਉਣ ਦਾ ਬਿਰਤਾਂਤ, ਜੋ ਕਿ ਗਿਆਨੀ ਦਿੱਤ ਸਿੰਘ ਜੀ ਨੇ ਲਿਖੀ ਹੈ। ਬੱਚੋ, ਕੁਰਾਈਆ ਕਿਹਨੂੰ ਕਹਿੰਦੇ ਨੇ? ਜੋ ਰਾਹੋਂ ਭਟਕਿਆ ਹੋਵੇ। ਡੂਮ ਇੱਕ ਜਾਤ ਹੈ। ਫਰਹਿੰਦਾ ਰਬਾਬੀ ਦਾ ਨਾਂ ਹੈ। ਅਰੀਮ ਰੱਬੀ ਧੁਰ ਦੀ। ਠਾਠ ਸੁਰਾਂ ਦੀ ਬੰਦੇਜ। ਬੱਚੋ, ਇਸ ਦੇ ਨਾਲ ਸੰਬੰਧਿਤ ਆਪਾਂ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਹੈ ਕਿ ਰਬਾਬ ਮਗਾਉਣ ਦਾ ਬਿਰਤਾਂਤ ਸੰਖੇਪ ਕਰਕੇ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਸੋ ਬੱਚਿਓ, ਆਪਾਂ ਸਾਰਾ ਕੁਝ ਪੜ੍ਹ ਚੁੱਕੇ ਹਾਂ, ਕਿਵੇਂ ਆਪਾਂ ਪੜ੍ਹਿਆ ਸੁਣਿਆ, ਪਰ ਉਸ ਤੋਂ ਪਹਿਲਾਂ ਸਾਰ ਲਿਖਣ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇੱਕ ਪੈਰਾ ਲਿਖਾਂਗੇ ਬੱਚਿਓ, ਜਿਸ ਦੇ ਵਿੱਚ ਆਪਾਂ ਇਹ ਦੱਸਾਂਗੇ ਵੀ ਜੋ ਲੋਕ ਚੰਗੇ ਕੰਮ ਕਰਨ ਜਾਂਦੇ ਹਨ, ਸੰਸਾਰ ਇੱਕ ਵਾਰ ਉਹਨਾਂ ਦਾ ਵਿਰੋਧ ਜ਼ਰੂਰ ਕਰਦਾ ਹੈ, ਪਰ ਉਹ ਵਿਰੋਧ ਨਹੀਂ ਚੱਲਦੇ, ਸਗੋਂ ਆਪਣੇ ਰਸਤੇ 'ਤੇ ਚੱਲੀ ਜਾਂਦੇ ਹਨ, ਧਿਆਨ ਵੀ ਨਹੀਂ ਦਿੰਦੇ ਲੋਕਾਂ ਵੱਲ। ਇਸ ਕਰਕੇ ਬੱਚਿਓ, ਜੇ ਆਪਾਂ ਕੋਈ ਚੰਗਾ ਕੰਮ ਕਰ ਰਹੇ ਹਾਂ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ, ਆਪਾਂ ਨੂੰ ਕੀ ਲੱਗਦਾ ਕਿ ਉਹਨਾਂ ਦੇ ਰਾਹ ਇੰਨੇ ਸੁਖਾਲੇ ਹੋਣਗੇ ਵੀ ਉਹ ਸਭ ਕੁਝ ਉਹਨਾਂ ਨੂੰ ਪਹਿਲਾਂ ਹੀ ਲੋਕ ਪੂਜਣ ਲੱਗ ਗਏ ਹੋਣਗੇ? ਨਹੀਂ ਬੱਚੋ, ਉਹਨਾਂ ਨੂੰ ਬਹੁਤ ਵਿਰੋਧ ਝੱਲਣਾ ਪਿਆ ਸੀ।
ਆਪਾਂ ਤਾਂ ਉਹ ਕੁਝ ਲਿਖਿਆ ਵੀ ਨਹੀਂ, ਜੋ ਕੁਝ ਉਹਨਾਂ ਨੂੰ ਝੱਲਣਾ ਪਿਆ ਸੀ, ਪਰ ਉਹਨਾਂ ਨੇ ਨਹੀਂ ਝੱਲਿਆ। ਪਰ ਮੈਂ ਤਾਂ ਹਮੇਸ਼ਾ ਕਹਾਂਗੀ ਬੱਚਿਓ, ਇੰਨੇ ਬਹਾਦਰ ਸਨ। ਤੁਸੀਂ ਸੋਚੋ ਵੀ ਉਹ ਉਸ ਜਗ੍ਹਾ 'ਤੇ ਜਾ ਕੇ ਵੰਗਾਰਦੇ ਸਨ ਜਿੱਥੇ ਉਹ ਚੀਜ਼ ਦੇ ਵੱਡੇ ਵੱਡੇ ਸ਼ਾਸਕ ਸਨ, ਚਾਹੇ ਉਹ ਹਿੰਦੂ ਸਨ ਚਾਹੇ ਉਹ ਮੁਸਲਮਾਨ ਸਨ। ਮੱਕੇ ਗਏ, ਹਿੰਦੂਆਂ ਦੇ ਧਾਮ ਗਏ, ਹਰ ਕਿਤੇ ਗਏ। ਉਹ ਆਪ ਹਿੰਦੂ ਸੀ, ਪਰ ਹਿੰਦੂਆਂ ਦੀਆਂ ਜੋ ਕੁਰੀਤੀਆਂ ਸਨ ਉਹਨਾਂ ਨੂੰ ਵੀ ਵੰਗਾਰਿਆ ਸੀ ਉਹਨਾਂ ਨੇ। ਮਤਲਬ ਡਰਦੇ ਨਹੀਂ ਸਨ, ਨਾ ਹੀ ਉਹਨਾਂ ਕੋਲ ਕੋਈ ਹਥਿਆਰ ਸੀ, ਸਿੱਧਾ ਵੰਗਾਰਦੇ ਸਨ ਉਹ। ਸੋ ਪੂਰੇ ਸੰਸਾਰ ਨੂੰ ਉਹਨਾਂ ਨੇ ਸੁਧਾਰਿਆ ਸੀ, ਨਾ ਕਿ ਆਪਣੀ ਐਸ਼ ਪ੍ਰਸਤੀ ਕੀਤੀ ਸੀ। ਸੋ ਉਹਨਾਂ ਵਰਗਾ ਬਣਨਾ ਬੱਚੋ ਮੈਨੂੰ ਲੱਗਦਾ ਬਹੁਤ ਮੁਸ਼ਕਿਲ ਆ। ਪਰ ਹਾਂ, ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਕਿ ਆਪਾਂ ਸਿੱਧੇ ਰਸਤੇ 'ਤੇ ਚੱਲੀਏ। ਅਗਰ ਆਪਾਂ ਨੂੰ ਪਤਾ, ਆਪਾਂ ਨੂੰ ਯਕੀਨ ਹੈ ਕਿ ਆਪਾਂ ਸਿੱਧੇ ਰਸਤੇ 'ਤੇ ਚੱਲ ਰਹੇ ਹਾਂ, ਚਾਹੇ ਆਪਾਂ ਨੂੰ ਕੋਈ ਕੁਝ ਵੀ ਕਹੇ, ਤਾਂ ਆਪਾਂ ਨੂੰ ਉਹਨਾਂ ਦਾ ਧਿਆਨ ਨਹੀਂ ਦੇਣਾ ਚਾਹੀਦਾ। ਜੇ ਗੁਰੂ ਜੀ ਧਿਆਨ ਦਿੰਦੇ ਤਾਂ ਉੱਥੇ ਰੁਕ ਜਾਣਾ ਸੀ, ਉਹਨਾਂ ਦਾ ਸਫ਼ਰ ਅੱਗੇ ਨਹੀਂ ਸੀ ਚੱਲਣਾ। ਅਤੇ ਇਸ ਤਰ੍ਹਾਂ ਬੱਚਿਓ ਆਪਾਂ ਥੋੜ੍ਹਾ ਸੰਖੇਪ ਲਿਖ ਕੇ ਉਸ ਤੋਂ ਬਾਅਦ ਜੋ ਆਪਾਂ ਤੁਹਾਨੂੰ ਦੱਸਿਆ ਸਾਰਾ ਰਬਾਬ ਮਗਾਉਣ ਦੇ ਬਿਰਤਾਂਤ ਵਾਰਤਕ ਦੇ ਵਿੱਚ, ਉਹ ਆਪਾਂ ਲਿਖ ਸਕਦੇ ਹਾਂ। ਠੀਕ ਹੈ। ਸੋ ਪ੍ਰਸ਼ਨ ਨੰਬਰ 2 ਹੈ ਕਿ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਗੱਲਾਂ ਕਰਦੇ ਸਨ। ਆਮ ਲੋਕ ਗੁਰੂ ਨਾਨਕ ਦੇਵ ਜੀ ਨੂੰ ਕੁਰਾਈਆ ਆਖਦੇ ਸਨ। ਉਹ ਕਹਿੰਦੇ ਸਨ ਕਿ ਇਹ ਖੱਤਰੀਆਂ ਦਾ ਮੁੰਡਾ ਜਿਸ ਦੀ ਬੁੱਧੀ ਫਿਰ ਗਈ ਹੈ ਅਤੇ ਉਸ 'ਤੇ ਕੋਈ ਅਸਰ ਨਹੀਂ ਹੁੰਦਾ, ਕਿਸੇ ਦੀ ਵੀ ਗੱਲ ਨਹੀਂ ਸੁਣਦੇ ਉਹ। ਉਸ ਦੀ ਚਾਲ ਹਿੰਦੂਆਂ ਅਤੇ ਮੁਸਲਮਾਨਾਂ ਦੋਨਾਂ ਤੋਂ ਹੀ ਵੱਖਰੀ ਹੈ। ਉਹਨਾਂ ਨੇ ਆਪਣੇ ਹੀ ਘਰ ਦੇ ਇੱਕ ਡੋਮ ਮਰਦਾਨੇ ਨੂੰ ਆਪਣਾ ਸਾਥੀ ਬਣਾ ਲਿਆ ਹੈ। ਉਸ ਨੂੰ ਖਾਣ ਪੀਣ ਪਹਿਨਣ ਦੀ ਕੋਈ ਵੀ ਸੁਰਤ ਨਹੀਂ ਹੈ। ਇਸ ਕਰਕੇ ਉਹ ਲੋਕ ਉਹਨਾਂ ਨੂੰ ਕੀ ਕਹਿਣ ਲੱਗ ਗਏ ਸਨ? ਕੁਰਾਈਆ ਕਹਿਣ ਲੱਗ ਗਏ ਸਨ। ਉਸ ਤੋਂ ਬਾਅਦ ਬੱਚਿਓ, ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ? ਬੱਚਿਓ, ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਲਈ ਸ਼ਹਿਰ ਵਿੱਚ ਗਿਆ ਤਾਂ ਲੋਕ ਉਸ ਦਾ ਇਹ ਕਹਿ ਕੇ ਮਖੌਲ ਉਡਾਉਂਦੇ ਸਨ ਕਿ ਕੁਰਾਈਏ ਦਾ ਡੂਮ ਆ ਗਿਆ। ਕੀ ਉਡਾਉਂਦੇ ਸਨ? ਕੁਰਾਈਏ ਦਾ ਡੂਮ। ਲੋਕਾਂ ਨੇ ਉਸ ਨੂੰ ਬੁਰਾ ਭਲਾ ਵੀ ਕਿਹਾ ਅਤੇ ਉਸ 'ਤੇ ਚੁੱਕ ਕੇ ਮਿੱਟੀ ਵੀ ਸੁੱਟੀ। ਹਰ ਇੱਕ ਵਿਅਕਤੀ ਉਸ ਨਾਲ ਮਨਚਾਹਿਆ ਵਰਤਾਓ ਕਰਦਾ ਸੀ। ਦੇਖੋ ਕਿੰਨਾ ਵਰਤਾਓ ਮਾੜਾ, ਜੇ ਆਪਣੇ 'ਤੇ ਕੋਈ ਮਿੱਟੀ ਪਾਵੇ, ਸੁੱਟੀ, ਤਾਂ ਆਪਾਂ ਨੂੰ ਕਿੱਦਾਂ ਦਾ ਲੱਗੇਗਾ। ਪਰ ਉਹਨਾਂ ਨੂੰ ਪਤਾ ਸੀ ਉਹਨਾਂ ਦਾ ਲਕਸ਼, ਉਹਨਾਂ ਦੀ ਮੰਜ਼ਿਲ ਹੋਰ ਹੈ, ਇਸ ਕਰਕੇ ਉਹਨਾਂ ਲਈ ਇਹਨਾਂ ਗੱਲਾਂ ਦਾ ਕੋਈ ਪਰਵਾਹ ਹੀ ਨਹੀਂ ਸੀ। ਉਸ ਤੋਂ ਬਾਅਦ ਆ ਗਿਆ ਬੱਚੋ, ਮਰਦਾਨੇ ਨੇ ਨਗਰ ਵਿੱਚ ਉਸ ਨਾਲ ਜੋ ਬੀਤੀ ਜਦੋਂ ਗੁਰੂ ਜੀ ਨੂੰ ਦੱਸੀ, ਸੁਣਾਈ, ਤਾਂ ਗੁਰੂ ਜੀ ਨੇ ਅੱਗਿਓਂ ਕੀ ਕਿਹਾ? ਜਦ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਕੋਲ ਜਾ ਕੇ ਉਹਨਾਂ ਨੂੰ ਨਗਰ ਵਿੱਚ ਆਪਣੇ ਨਾਲ ਜੋ ਗੱਲ ਬੀਤੀ ਉਹ ਸੁਣਾਈ, ਤਾਂ ਗੁਰੂ ਜੀ ਨੇ ਕਿਹਾ ਕਿ ਉਸ ਨੂੰ ਡਰਨਾ ਨਹੀਂ ਚਾਹੀਦਾ। ਲੋਕ ਹਮੇਸ਼ਾ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਸੰਸਾਰ ਦਾ ਬਣ ਕੇ ਨਾ ਰਹੇ, ਕਿਉਂਕਿ ਅਸੀਂ ਤਾਂ ਤੈਨੂੰ ਕਰਤਾਰ ਭਾਵ ਰੱਬ ਦਾ ਬਣਾਇਆ ਹੈ। ਰੱਬ ਦੇ ਪਿਆਰਿਆਂ ਦਾ ਇਹੋ ਜਿਹੇ ਲੋਕ ਕੁਝ ਨਹੀਂ ਵਿਗਾੜ ਸਕਦੇ। ਸੰਸਾਰ ਦੇ ਲੋਕ ਕੁੱਤਿਆਂ ਵਾਂਗ ਭੌਂਕ ਕੇ ਆਪ ਹੀ ਚੁੱਪ ਕਰ ਜਾਂਦੇ ਹਨ। ਉਸ ਤੋਂ ਬਾਅਦ ਆ ਗਿਆ ਬੱਚੋ, ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸੀ ਹੋਈ ਵਾਰਤਾਲਾਪ ਬਾਰੇ ਆਪਣੇ ਸ਼ਬਦਾਂ ਵਿੱਚ ਲਿਖੋ। ਫਰਹਿੰਦੇ ਨੇ ਮਰਦਾਨੇ ਨੂੰ ਰਬਾਬ ਫੜਾ ਕੇ ਆਪ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਸਨੇ ਮਰਦਾਨੇ ਪਾਸੋਂ ਰਬਾਬ ਦਾ ਮੁੱਲ 7 ਰੁਪਏ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਰਬਾਬ ਦਾ ਗੁਰੂ ਜੀ ਨਾਲ ਪੁਰਾਣਾ ਸੰਬੰਧ ਹੈ। ਸੋ ਬੱਚਿਓ, ਇਹ ਆ ਗਏ ਆਪਣੇ ਪ੍ਰਸ਼ਨ ਉੱਤਰ, ਅਤੇ ਕੁਝ ਤੁਹਾਨੂੰ ਵਾਕਾਂ ਵਿੱਚ ਵਰਤੋਂ ਵੀ ਲਿਖਣ ਲਈ ਕਿਹਾ ਗਿਆ ਹੈ। ਚਲੋ ਉਹ ਵੀ ਆਪਾਂ ਕਰ ਲੈਂਦੇ ਹਾਂ। ਗੁਣ ਗਾਉਣਾ, ਉਸਤਤ ਕਰਨੀ, ਮਤਲਬ ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਕਰਤਾਰ ਦੇ ਗੁਣ ਗਾਉਂਦੇ ਸਨ। ਬੁੱਧ ਫਿਰਨੀ, ਮਤਲਬ ਜਦੋਂ ਲੋਕ ਕਹਿਣ ਵੀ ਹਾਂ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ, ਪਾਗਲ ਹੋ ਗਏ, ਹੈ ਨਾ, ਤਾਂ ਸੰਸਾਰ ਦੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਕਰਤਾਰ ਦੇ ਗੁਣ ਗਾਉਂਦਿਆਂ ਵੇਖ ਕੇ ਕਹਿਣ ਲੱਗੇ ਕਿ ਇਹਨਾਂ ਦੀ ਬੁੱਧੀ ਫਿਰ ਗਈ ਹੈ। ਫਲ ਮਿਲਣਾ, ਤਾਂ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਜਦੋਂ ਮਰਦਾਨਾ ਇਹ ਕਹਿ ਰਿਹਾ ਸੀ ਵੀ ਲੋਕ ਮੇਰੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਨੇ, ਤਾਂ ਗੁਰੂ ਜੀ ਨੇ ਕਿਹਾ ਕਿ ਤੈਨੂੰ ਇਹ ਫਲ ਕਰਤਾਰ ਆਪੇ ਦੇਵੇਗਾ, ਤੂੰ ਉਸਤਤ ਕਰ। 100 ਸੁਣਾਉਣਾ, ਜਦੋਂ ਮਰਦਾਨਾ ਪਿੰਡ ਵਿੱਚ ਰਬਾਬ ਲੈਣ ਗਿਆ ਤਾਂ ਲੋਕਾਂ ਨੇ ਉਸ ਨੂੰ 100 ਸੁਣਾਈਆਂ। ਗੱਤ ਹੋਣੀ, ਮਤਲਬ ਹਾਲਤ ਹੋਣੀ, ਮਰਦਾਨੇ ਦੀ ਜੋ ਗੱਤ ਪਿੰਡ ਵਿੱਚ ਹੋਈ ਉਸਨੇ ਆ ਕੇ ਗੁਰੂ ਜੀ ਨੂੰ ਸਾਰੀ ਸੁਣਾਈ। ਝੱਖ ਮਾਰਨਾ,
ਬੱਚੇ ਝੱਕ ਮਾਰਨਾ मतलब ਧੱਕੇ ਖਾਣੇ ਵੀ ਲੋਕ ਗੁਰੂ ਜੀ ਨੂੰ ਕਹਿੰਦੇ ਸੀ ਵੀ ਇੰਝ ਹੀ ਝੱਕ ਮਾਰਦਾ ਫਿਰ ਰਿਹਾ मतलब ਕੁਰਾਈਆ ਕਹਿੰਦੇ ਸਨ ਆਪਣਾ ਰਸਤਾ ਲੈਣਾ ਫੜਨਾ। ਗੁਰੂ ਜੀ ਕਹਿੰਦੇ ਸਨ ਕਿ ਲੋਕ ਕੁਝ ਵੀ ਕਹੀ ਜਾਣ ਆਪਾਂ ਨੂੰ ਆਪਣਾ ਰਸਤਾ ਫੜਨਾ ਚਾਹੀਦਾ ਹੈ, ਭਾਵ ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ। ਖੁਆਰ ਹੋਣਾ, ਮਰਦਾਨਾ ਪਿੰਡ ਵਿੱਚ ਰਬਾਬ ਲੈਣ ਗਿਆ, ਬਹੁਤ ਖੁਆਰ ਹੋਇਆ। ਠੀਕ ਹੈ ਬੱਚੋ, ਤਾਂ ਇਸ ਦੇ ਨਾਲ ਸੰਬੰਧਿਤ ਆਪਾਂ ਛੋਟੇ ਛੋਟੇ ਪ੍ਰਸ਼ਨ ਵੀ ਤੁਹਾਡੇ ਲਈ ਲੈ ਕੇ ਆਏ ਹਾਂ। ਰਬਾਬ ਮਗਾਉਣ ਦਾ ਬਿਰਤਾਂਤ ਕਿਸ ਦੀ ਰਚਨਾ ਹੈ? ਰਬਾਬ ਮਗਾਉਣ ਦਾ ਬਿਰਤਾਂਤ ਗਿਆਨੀ ਦਿੱਤ ਸਿੰਘ ਦੀ ਰਚਨਾ ਹੈ। ਰਬਾਬ ਮਗਾਉਣ ਦਾ ਬਿਰਤਾਂਤ ਕਿਹੜੇ ਵਾਰਤਕ ਦੇ ਵਿੱਚੋਂ ਲਿਆ ਗਿਆ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿਸ ਰਚਨਾ ਦੇ ਵਿੱਚੋਂ ਲਿਆ ਗਿਆ ਹੈ ਇਹ ਵਾਰਤਕ? ਰਬਾਬ ਮਗਾਉਣ ਦਾ ਬਿਰਤਾਂਤ ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚੋਂ ਲਿਆ ਗਿਆ ਹੈ। ਲੋਕ ਗੁਰੂ ਜੀ ਨੂੰ ਕੀ ਕਹਿਣ ਲੱਗ ਪਏ ਸਨ? ਲੋਕ ਗੁਰੂ ਜੀ ਨੂੰ ਕੁਰਾਈਆ ਕਹਿਣ ਲੱਗ ਪਏ ਸਨ। ਗੁਰੂ ਜੀ ਦੇ ਸਾਥੀ ਕੌਣ ਸਨ? ਮਰਦਾਨਾ ਨਾਂ ਦਾ ਮਰਾਸੀ ਗੁਰੂ ਜੀ ਦਾ ਸਾਥੀ ਸੀ। ਗੁਰੂ ਜੀ ਨੇ ਮਰਦਾਨੇ ਨੂੰ ਕਿਹੜਾ ਸਾਜ਼ ਵਜਾਉਣ ਲਈ ਕਿਹਾ? ਰਬਾਬ। ਲੋਕ ਮਰਦਾਨੇ ਨੂੰ ਕੀ ਕਹਿੰਦੇ ਸਨ? ਲੋਕ ਮਰਦਾਨੇ ਨੂੰ ਕੁਰਾਈਏ ਦਾ ਡੂਮ ਕਹਿ ਕੇ ਜ਼ਲੀਲ ਕਰਦੇ ਸਨ। ਰਬਾਬ ਮਗਾਉਣ ਦਾ ਬਿਰਤਾਂਤ ਵਿੱਚ ਬੀਬੀ ਕਿਸ ਨੂੰ ਕਿਹਾ ਗਿਆ ਹੈ? ਇਸ ਬਿਰਤਾਂਤ ਵਿੱਚ ਬੀਬੀ ਨਾਨਕੀ ਨੂੰ ਬੀਬੀ ਕਿਹਾ ਗਿਆ ਹੈ। ਗੁਰੂ ਜੀ ਨੇ ਮਰਦਾਨੇ ਨੂੰ ਕਿਸ ਕੋਲੋਂ ਰਬਾਬ ਲਿਆਉਣ ਲਈ ਕਿਹਾ? ਗੁਰੂ ਜੀ ਨੇ ਮਰਦਾਨੇ ਨੂੰ ਇੱਕ ਰਬਾਬੀ ਫਰਹਿੰਦੇ ਕੋਲੋਂ ਰਬਾਬ ਲਿਆਉਣ ਲਈ ਕਿਹਾ। ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ? ਮਰਦਾਨਾ ਰਾਏ ਭੋਏ ਦੀ ਤਲਵੰਡੀ ਦਾ ਰਹਿਣ ਵਾਲਾ ਸੀ। ਫਰਹਿੰਦਾ ਕਿੱਥੋਂ ਦਾ ਰਹਿਣ ਵਾਲਾ ਸੀ? ਫਰਹਿੰਦਾ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਜੱਟਾਂ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ। ਮਰਦਾਨੇ ਦੇ ਰਬਾਬ ਵਜਾਉਣ 'ਤੇ ਕੀ ਘਟਨਾ ਵਾਪਰੀ? ਮਰਦਾਨੇ ਦੇ ਰਬਾਬ ਵਜਾਉਣ 'ਤੇ ਜੰਗਲ ਦੇ ਹਿਰਨ ਮਸਤ ਹੋ ਗਏ। ਗੁਰੂ ਜੀ ਨੇ ਰੱਬੀ ਬਾਣੀ ਉਚਾਰੀ ਅਤੇ ਮਰਦਾਨੇ ਨੇ ਉਸ ਨੂੰ ਗਾਇਆ। ਮਤਲਬ ਜਦੋਂ ਮਰਦਾਨੇ ਦੇ ਰਬਾਬ ਵਜਾਉਣ 'ਤੇ ਕਿਹੜੀ ਘਟਨਾ ਵਾਪਰੀ ਸੀ, ਉਦੋਂ ਦੀ ਗੱਲ ਹੈ ਵੀ ਮਰਦਾਨੇ ਨੇ ਰਬਾਬ ਵਜਾਉਣ 'ਤੇ ਜੰਗਲ ਦੇ ਜੋ ਹਿਰਨ ਸਨ ਉਹ ਮਸਤ ਹੋ ਗਏ। ਗੁਰੂ ਜੀ ਨੇ ਰੱਬੀ ਬਾਣੀ ਉਚਾਰੀ ਅਤੇ ਮਰਦਾਨੇ ਨੇ ਉਸ ਨੂੰ ਗਾਇਆ। ਗਿਆਨੀ ਦਿੱਤ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਗਿਆਨੀ ਦਿੱਤ ਸਿੰਘ ਦਾ ਜਨਮ 1853 ਈਸਵੀ ਵਿੱਚ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੋਇਆ। ਗਿਆਨੀ ਦਿੱਤ ਸਿੰਘ ਕਿਹੜੇ ਕਾਲਜ ਵਿੱਚ ਅਧਿਆਪਕ ਸਨ? ਗਿਆਨੀ ਦਿੱਤ ਸਿੰਘ ਓਰੀਐਂਟਲ ਕਾਲਜ ਲਾਹੌਰ ਵਿੱਚ ਪੜ੍ਹਾਉਂਦੇ ਸਨ। ਗਿਆਨੀ ਦਿੱਤ ਸਿੰਘ ਦੀਆਂ ਪ੍ਰਸਿੱਧ ਪੁਸਤਕਾਂ ਕਿਹੜੀਆਂ ਹਨ? ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ, ਦਬ ਵਿਦਾਰਨ, ਗੁੱਗਾ ਗਪੌੜਾ, ਦੁਰਗਾ ਪ੍ਰਬੰਧ, ਰਾਜ ਪ੍ਰਬੰਧ ਨਾਟਕ, ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਹਨ। ਗਿਆਨੀ ਦਿੱਤ ਸਿੰਘ ਦੀ ਭਾਸ਼ਾ ਕਿਹੋ ਜਿਹੀ ਹੈ? ਉਹਨਾਂ ਦੀ ਭਾਸ਼ਾ ਸੁਥਰੀ, ਸਾਦੀ ਤੇ ਮਨਮੋਹਣੀ ਹੈ। ਗਿਆਨੀ ਦਿੱਤ ਸਿੰਘ ਦਾ ਦੇਹਾਂਤ ਕਦੋਂ ਹੋਇਆ? ਗਿਆਨੀ ਦਿੱਤ ਸਿੰਘ ਦਾ ਦੇਹਾਂਤ ਸਨ 1901 ਈਸਵੀ ਵਿੱਚ ਹੋਇਆ। ਸੋ ਬੱਚਿਓ, ਇਹ ਜਿਹੜੇ ਪ੍ਰਸ਼ਨ ਉੱਤਰ ਇਹਨਾਂ ਲਈ ਆਪਾਂ ਨੂੰ ਕਿਸੇ ਗਾਈਡ ਦੀ ਜ਼ਰੂਰਤ ਨਹੀਂ ਪੈਂਦੀ। ਇਹ ਸਾਰੇ ਤੁਹਾਡੀ ਕਹਾਣੀ ਜੋ ਵਾਰਤਕ ਹੈ ਤੁਹਾਡਾ ਹੈ ਨਾ, ਉਸ ਦੇ ਵਿੱਚੋਂ ਹੀ ਮਿਲ ਜਾਣਗੇ ਤੁਹਾਨੂੰ। ਠੀਕ ਹੈ ਬੱਚਿਓ, ਇਸ ਕਰਕੇ ਜ਼ਰੂਰੀ ਨਹੀਂ ਆਪਾਂ ਪੈਸੇ ਲਾਉਣੇ ਨੇ ਘਰਦਿਆਂ ਦੇ। ਸੋ ਜਿਹੜੀ ਗੱਲ ਆਪਣੇ ਕੋਲ ਹੈ ਆਪਾਂ ਕਿਉਂ ਉਹ ਕਰਨਾ। ਅਤੇ ਪ੍ਰਸ਼ਨ ਉੱਤਰ ਵੀ ਉੱਦਾਂ ਹੀ ਚੱਲਦੇ ਨੇ ਬੱਚੇ ਜਿਸ ਤਰ੍ਹਾਂ ਤੁਹਾਡਾ ਪਾਠ ਚੱਲਦਾ ਹੈ। ਜਿਵੇਂ ਮੈਂ ਪ੍ਰਸ਼ਨ ਬੋਲਦੀ ਹਾਂ ਅਤੇ ਉੱਤਰ ਤੁਸੀਂ ਉਸ ਦੇ ਵਿੱਚੋਂ ਹੀ ਤੁਹਾਨੂੰ ਸਾਰੇ ਮਿਲ ਜਾਣਗੇ। ਅਗਰ ਤੁਹਾਨੂੰ ਸੁਣ ਕੇ ਨਹੀਂ ਪਤਾ ਲੱਗਦਾ ਤਾਂ ਪਿੱਛੋਂ ਤੁਸੀਂ ਜੋ ਆਪਣੀ ਵਾਰਤਕ ਦਿੱਤੀ ਹੁੰਦੀ ਹੈ ਨਾ ਉਸ ਦੇ ਵਿੱਚੋਂ ਲੱਭ ਸਕਦੇ ਹੋ। ਠੀਕ ਹੈ ਬੱਚੋ, ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।